इतफाक होया सानूं जाण दा गन्ने दे खेत च। असीं सोचिया कि जिहड़ियां खुदा दियां बनाईयां चीज़ां ना उन्हां च अल्लाह ने की हिफाजत रखी आ इंसानां लई, ओहदे मतलब लोगों नूं दस्सिया जावे ताकि साढ़े वसेब जिहड़ियां पैदा चीज़ां होंदियां, सरੋਂ ਹੁੰਦੀ ਆ, फल फ्रूट ਹੁੰਦੇ ਆ, मौसमी गन्ने आ गए, ਇਹਦੇ ਨਾਲ गन्ने सरੋਂ ਦਾ साग आ गया। ਇਹਨਾਂ ਵਿੱਚ ਅੱਲਾ ਨੇ ਸਾਡੇ ਇਨਸਾਨਾਂ ਲਈ ਕੀ ਫਾਇਦੇ ਰੱਖੇ ਨੇ। ਇਹ ਲੋਕ ਇਹਨਾਂ ਨੂੰ ਛੱਡਦੇ ਜਾ ਰਹੇ ਆ। ਅਸੀਂ ਸੋਚਿਆ ਕਿ ਲੋਕਾਂ ਨੂੰ ਇਹਨਾਂ ਤਾਰਫ ਕਰਾਈਏ ਕਿ ਅੱਲਾ ਨੇ ਇਹਨਾਂ 'ਚ ਸਾਡੇ ਫਾਇਦੇ ਲਈ ਕੀ ਚੀਜ਼ਾਂ ਰੱਖੀਆਂ। ਇਸ ਲਈ ਇਹ ਵੀਡੀਓ ਬਣਾ ਰਹੇ ਆ ਅਤੇ ਨਾ ਤੁਹਾਨੂੰ ਅਸੀਂ ਕਹਿਣਾ ਇਹਨੂੰ ਸਬਸਕ੍ਰਾਈਬ ਕਰੋ, ਨਾ ਕਰੋ ਕਿਸੇ ਨੂੰ ਸ਼ੇਅਰ ਕਰੋ। ਇਹ ਸਿਰਫ ਤੁਹਾਡੇ ਫਾਇਦੇ ਲਈ ਕਰ ਰਹੇ ਹਾਂ ਅਸੀਂ। ਅਤੇ ਤੁਹਾਡਾ ਇਹ ਫਾਇਦਾ ਇਹੀ ਹੋਏਗਾ ਕਿ ਤੁਹਾਨੂੰ ਇਹਦੇ ਮੁਤਲਕ ਹਰ ਚੀਜ਼ ਦੱਸੀ ਜਾਏਗੀ। ਕੋਈ ਕਮਰਸ਼ੀਅਲ ਗੱਲ ਨਹੀਂ ਦੱਸਣੀ ਤੁਹਾਨੂੰ ਇਹਦੇ ਫਾਇਦੇ ਮੁਤਲਕ ਦੱਸਣਾ ਕਿ ਗੰਨੇ 'ਚ ਕਿਹੜੀ ਗੱਲਾਂ ਰੱਖੀਆਂ ਅੱਲਾ ਨੇ ਜਿਹੜੀਆਂ ਸਾਡੀ ਸਿਹਤ ਨੂੰ ਨਿਖਾਰਦੀਆਂ, ਸਾਡੀ ਸਿਹਤ ਨੂੰ ਸਹੀ ਰੱਖਦੀਆਂ। ਇਹ ਅੱਲਾ ਦੀ ਬਣਾਈ ਹੋਈ ਖਾਸ ਗੰਨਾ ਹੈਗਾ ਜਿਹੜਾ ਖਾਲਸ ਮਸ਼ਰੂਬ ਆ, ਜਿਹੜਾ ਪਾਕਿਸਤਾਨ ਦਾ ਕੌਮੀ ਮਸ਼ਰੂਬ ਆ। ਅੱਲਾ ਨੇ ਇਹ ਗੰਨੇ ਦੇ ਵਿੱਚ ਉਹ ਹਿਫਾਜ਼ਤ ਰੱਖ ਦਿੱਤੀ ਆ ਕਿ ਕੋਈ ਵੀ ਐਸੇ ਜਿਹੜੇ ਅਦਰ ਚੀਜ਼ਾਂ ਬਣਾਈ ਜਾਂਦੀਆਂ ਖਾਸ ਕਰ ਮਿਹਦੇ ਲਈ, ਮਸਾਲੇ ਲਈ, ਜਿਗਰ ਲਈ, ਉਹ ਸਾਰੇ ਕੈਮੀਕਲ ਆ, ਉਹ ਮਸਨੂਈ ਚੀਜ਼ਾਂ। ਲੇਕਿਨ ਅੱਲਾ ਨੇ ਗੁਰਦੇ ਦੀ ਸਫਾਈ ਲਈ, ਮਿਹਦੇ ਦੀ ਸਫਾਈ ਲਈ, ਜਿਗਰ ਦੀ ਸਫਾਈ ਲਈ, ਚਿਹਰੇ ਦੀ ਤਰੋਤਾਜ਼ਗੀ ਲਈ ਗੰਨੇ 'ਚ ਸਭ ਕੁਝ ਰੱਖ ਦਿੱਤਾ। ਇਹ ਗੰਨਾ ਸਾਡੇ ਕੋਲ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਆਉਂਦਾ। ਇਹ ਤੋਂ ਲੇਟ ਗੰਨਾ ਤੇ ਫਿਰ ਕੋਈ ਕਾਣੇ ਹੋ ਜਾਂਦੇ ਆ, ਕੋਈ ख़राब ਹੋ ਜਾਂਦੇ ਆ, ਆਪਣੀ ਅਸਲ ਹਾਲਤ ਛੱਡ ਜਾਂਦੇ ਆ ਅਤੇ ਖੇਤ 'ਚੋਂ ਮੁੱਕ ਵੀ ਜਾਂਦੇ ਆ। ਲਿਹਾਜ਼ਾ ਇਹਨੂੰ ਇਹ 2-3 ਮਹੀਨਿਆਂ 'ਚ ਸਾਨੂੰ ਰੋਜ਼ ਇਸਤੇਮਾਲ ਕਰਨਾ ਚਾਹੀਦਾ। ਇਹ ਗੰਨਾ ਵਾਹਦ ਮਿਠਾਸ ਹੈਗੀ ਆ। ਜਿਹੜੇ ਸ਼ੂਗਰ ਦੇ ਮਰੀਜ਼ ਵੀ ਇਹਨੂੰ 100 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਡੇਲੀ ਇਸਤੇਮਾਲ ਕਰ ਸਕਦੇ ਆ। ਅਤੇ 2 ਗਲਾਸ ਗੰਨੇ ਦੇ ਰਸ ਦੇ ਵਿੱਚ 2 ਰੋਟੀਆਂ ਦੀ ਤਾਕਤ ਹੁੰਦੀ ਆ। ਇਹ ਅੱਲਾ ਨੇ ਖਾਸ ਕਰਕੇ ਇਹ 'ਚ ਰੱਖੀ ਆ। ਇਹਦੇ ਜਿਹੜੇ ਬਾਕੀ ਅਜਜ਼ਾ ਪਾਏ ਜਾਂਦੇ ਆ ਉਹ ਆਇਰਨ ਆ, ਫੁਲਾਦ ਆ, ਤਾਂਬਾ ਆ, ਮੈਗਨੀਸ਼ੀਅਮ ਆ, ਪੋਟਾਸ਼ੀਅਮ ਆ, ਸੋਡੀਅਮ ਆ ਅਤੇ ਵਿਟਾਮਿਨ ਵਾਫਰ ਪਾਏ ਜਾਂਦੇ ਆ। ਚਿਹਰੇ ਨੂੰ ਨਿਖਾਰਨ ਵਾਲੀ ਚੀਜ਼ ਅਮੂਮਨ ਜਿਹੜੇ ਅਸੀਂ ਉਬਟਣ ਲਾਉਂਦੇ ਆ, ਕੋਈ ਮੁਲਤਾਨੀ ਮਿੱਟੀ, ਕੋਈ ਕੁਛ ਇਸਤੇਮਾਲ ਕਰਦਾ, ਕਰੀਮਾਂ ਇਸਤੇਮਾਲ ਕਰਦੇ ਆ, ਉਹ ਕਰਨ ਦੀ ਬਜਾਏ ਅਗਰ ਖਾਲੀ ਪੇਟ ਗੰਨੇ ਦਾ 1 ਗਲਾਸ ਪੀਤਾ ਜਾਵੇ ਤਾਜ਼ੇ ਰਸ ਦਾ, ਬੇਰਸ ਦਾ ਨਹੀਂ, ਤਾਜ਼ੇ ਰਸ ਦਾ, ਅਤੇ ਚਿਹਰਾ ਬਿਲਕੁਲ ਸਾਫ਼ ਹੋ ਸ਼ਫਾਫ ਹੋ ਜਾਂਦਾ। ਇਹਦੇ ਨਾਲ ਅਗਰ ਚਿਹਰੇ 'ਤੇ ਕੀਲ ਮੁਹਾਸੇ ਆ ਜਾਂ ਛਾਈਆਂ, ਦਾਗ ਧੱਬੇ ਆ, ਉਹ ਦਾਗ ਧੱਬੇ ਦੂਰ ਕਰਨ ਲਈ ਗੰਨੇ ਤੋਂ ਬਿਹਤਰੀਨ ਹੋਰ ਕੋਈ ਚੀਜ਼ ਨਹੀਂ ਹੈਗੀ। ਇਹ ਵਾਹਦ ਰਸ ਆ ਗੰਨੇ ਦਾ ਜਿਹੜਾ ਐਨਰਜੀ ਡਰਿੰਕ ਦੇ ਤੌਰ 'ਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ। ਇਹ ਬਰ ਵਕਤ ਬੰਦੇ ਨੂੰ ਤਾਕਤ ਦਿੰਦਾ, ਸਕੂਨ ਦਿੰਦਾ, ਉਹਦੀ ਐਨਰਜੀ ਬਹਾਲ ਕਰਦਾ। ਗੰਨੇ ਦਾ ਇਸਤੇਮਾਲ ਪਿੰਡਾਂ ਥਾਵਾਂ 'ਤੇ ਬਹੁਤ ਹੁੰਦਾ। ਇਹ ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਆ ਅਗਰ ਉਹ ਵੀ ਇਸਤੇਮਾਲ ਕਰਨ ਅਤੇ ਜਿਹੜੀਆਂ ਬਾਕੀ ਕੈਮੀਕਲ ਚੀਜ਼ਾਂ ਖਾਧੀਆਂ ਹੁੰਦੀਆਂ ਉਹ ਮਿਹਦੇ 'ਤੇ ਬੁਰੇ ਅਸਰਾਤ ਡਾਲਦੀਆਂ, ਜਿਗਰ ਦੀ ਬਿਮਾਰੀਆਂ ਦਾ ਬਾਇਸ ਬਣਦੀਆਂ, ਮਸਾਨੇ ਦੀ ਬਿਮਾਰੀ ਦਾ ਬਾਇਸ ਬਣਦੀਆਂ। ਉਹ ਗੰਨਾ ਉਹਦੇ ਸਾਰੇ ਸਾਈਡ ਇਫੈਕਟ ਖ਼ਤਮ ਕਰ ਦਿੰਦਾ। ਜਿਸ ਤਰ੍ਹਾਂ ਬੱਚੇ ਲੇਜ਼ ਖਾਂਦੇ ਆ, ਲੇਜ਼ ਖਾਣ ਦੀ ਬਜਾਏ ਅਗਰ ਬੱਚਿਆਂ ਨੂੰ ਸੁਬਾਹ ਖਾਲੀ ਪੇਟ 1 ਗਲਾਸ ਗੰਨੇ ਦਾ ਰਸ ਪਿਲਾਤਾ ਜਾਵੇ, ਔਰ ਸਭ ਤੋਂ ਸਸਤਾ ਵੀ ਹੈਗਾ, 10 ਰੁਪਏ ਦਾ ਜਾਂ 15 ਰੁਪਏ ਦਾ, 20 ਰੁਪਏ ਦਾ ਗਲਾਸ ਲੱਭ ਜਾਂਦਾ। ਉਹਦੇ ਨਾਲ ਬੱਚੇ ਦਿਨ ਭਰ ਚੌਕੋ ਚਬਾਉਂਦੇ ਰਹਿਣਗੇ, ਉਹਨਾਂ ਦੀ ਹੱਡੀਆਂ ਮਜ਼ਬੂਤ ਹੋਣਗੀਆਂ। ਅੱਜ ਕੱਲ੍ਹ ਮਾਸਖੋਰੀ ਦੀ ਬਿਮਾਰੀ ਆਮ ਆ ਗਈ ਆ। ਜਿਹੜਾ ਗੰਨਾ ਆ ਇਹ ਮਾਸਖੋਰੀ ਦਾ ਬਿਹਤਰੀਨ ਇਲਾਜ ਆ। ਇਹਦੇ 'ਚ ਕੋਈ ਕੈਲਸ਼ੀਅਮ ਪਾਏ ਜਾਂਦੇ ਆ, ਇਸ ਲਈ ਦੰਦ ਮਜ਼ਬੂਤ ਹੁੰਦੇ ਆ, ਇਹਦੇ ਨਾਲ ਨਿਗਾਹ ਤੇਜ਼ ਹੁੰਦੀ ਆ। ਅਗਰ ਕਿਸੇ ਨੂੰ ਕੋਈ ਮਸਲਾ ਹੈਗਾ ਗੁਰਦੇ ਦਾ, ਗੁਰਦੇ 'ਚ ਪੱਥਰੀ ਹੈਗੀ ਆ, ਗੰਨੇ ਦਾ ਜੂਸ ਲਗਾਤਾਰ ਇਸਤੇਮਾਲ ਕਰੇ ਦਿਹਾੜੀ 3 ਦਫਾ 1 ਗਲਾਸ, ਤਾਂ ਇਨਸ਼ਾਅੱਲਾ ਉਹਦੀ ਪੱਥਰੀ ਅੱਲਾ ਖਾਰਜ ਕਰ ਦਿੰਦਾ। ਇਹ ਅੱਲਾ ਦੀ ਬਣਾਈਆਂ ਹੋਈਆਂ ਚੀਜ਼ਾਂ। ਇਹ 'ਚ ਅੱਲਾ ਨੇ ਇਨਸਾਨ ਦੀ ਭਲਾਈ ਦੀ ਹਰ ਚੀਜ਼ ਪਾਤੀ ਆ ਜਿਹੜੀ ਅਸੀਂ ਮਸੂਦ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਦੇ। ਇੱਕ ਹੋਰ ਬੜੀ ਅਹਿਮ ਗੱਲ ਆ, ਤੁਹਾਨੂੰ ਪਹਿਲੇ ਬਿਲਕੁਲ ਨਹੀਂ ਪਤਾ ਹੋਣਾ ਕਿ ਹਰ ਬੰਦਾ ਚੀਨੀ ਦੇ ਖਿਲਾਫ ਆ, ਗੰਨੇ ਦੇ ਰਸ ਦੀ ਫੇਵਰ ਕਰਦਾ। ਇਹਦੀ ਵਜ੍ਹਾ ਕੀ ਹੈ? ਇਹਦੇ ਜਿਹੜੇ ਅਜਜ਼ਾ ਪਾਏ ਅੱਲਾ ਨੇ ਇਨਸਾਨੀ ਸਿਹਤ ਲਈ, ਕੈਲਸ਼ੀਅਮ, ਤਾਂਬਾ, ਮੈਗਨੀਸ਼ੀਅਮ, ਪੋਟਾਸ਼, ਆਇਰਨ ਆ, ਵਿਟਾਮਿਨਸ ਆ, ਜਦੋਂ ਚੀਨੀ ਬਣਨ ਦੇ ਮਰਾਹਲ ਤੋਂ ਗੁਜ਼ਰਦਾ ਹੈ ਰਸ, ਉਦੋਂ ਜਨਾਬ ਇਹ ਸਾਰੇ ਅਜਜ਼ਾ ਖਤਮ ਹੋ ਜਾਂਦੇ ਆ। ਸਿਰਫ ਮਾਮੂਲੀ ਕੈਲਸ਼ੀਅਮ ਰਹਿ ਜਾਂਦਾ, ਜਿਹਦੀ ਵਜ੍ਹਾ ਨਾਲ ਚੀਨੀ ਸਾਡੀ ਸਿਹਤ ਨੂੰ ਨੁਕਸਾਨ ਦਿੰਦੀ ਆ, ਜਦਕਿ ਗੰਨਾ ਜਿੰਨੀ ਚੀਨੀ ਨੁਕਸਾਨ ਦਿੰਦੀ ਆ, ਇਹਦੇ ਮੁਤਜ਼ਾਦ ਗੰਨਾ ਸਾਨੂੰ ਓਨਾ ਹੀ ਫਾਇਦਾ ਦਿੰਦਾ ਆ। ਅਗਰ ਅੱਜ ਕੱਲ੍ਹ ਬਹੁਤ ਮਰੀਜ਼ ਹੈਗੇ ਆ ਐਸੇ ਜਿਨ੍ਹਾਂ ਨੂੰ ਕੋਲੈਸਟਰੋਲ ਦਾ ਪ੍ਰੋਬਲਮ ਆ। ਅੱਲਾ ਨੇ ਗੰਨੇ ਦੇ ਖਾਸ ਹਿਫਾਜ਼ਤ ਰੱਖੀ ਆ ਕਿ ਉਹ ਜਿਹੜੇ ਕੋਲੈਸਟਰੋਲ ਵਾਲੇ ਮਰੀਜ਼ ਆ, ਕੋਲੈਸਟਰੋਲ ਜਿਹੜਾ ਵੱਧਦਾ, ਉਹ ਮਰੀਜ਼ 3 ਦਫਾ ਦਿਹਾੜੀ 'ਚ, 1 ਦਫਾ ਸੁਬਾਹ, 1 ਦੁਪਹਿਰ, 1 ਸ਼ਾਮ, 1 ਗਲਾਸ ਗੰਨੇ ਦਾ ਰਸ ਇਸਤੇਮਾਲ ਕਰਨ। ਇਨਸ਼ਾਅੱਲਾ ਜ਼ਿਆਦਾ ਤੋਂ 5 ਦਿਨ, 7 ਦਿਨ, 10 ਦਿਨ ਤੱਕ ਉਹਨਾਂ ਦਾ ਕੋਲੈਸਟਰੋਲ ਬਿਲਕੁਲ ਨਾਰਮਲ ਹੋ ਜਾਏਗਾ, ਔਰ ਅੱਗੇ ਮਜ਼ੀਦ ਕੋਲੈਸਟਰੋਲ बढ़ेगा भी नहीं।
गन्ने का सीजन साढ़े को सिर्फ रहिंदा दसंबर जनवरी फरवरी। इस तो बाद गन्ना मुक जाता तो स्टोरां 'च मुड़ के आंदा, लेकिन वो फिर गल नहीं बनती, कल्ला मिठा ही रह जाता, असल फादी तो मुक जाती है। तो लिहाजा ये कोलेस्ट्रोल वाले मरीज़ इनू बेतड़के इस्तेमाल करन। नंबर 2, अमूमन उल्टियां पुल्टियां लोग चीज़ां खाते हैं, लेज़ खा लै, पीज़े खा लै, तो कढ़ाइयां खा लियां, तेज़ मसाले खा लै, जिहदी वजह ना सिर्फ जवानों के बल्कि बच्चों के भी बुढ़िया के भी सीने जलन होंदी आ, पेशाब की नाली जलन होंदी आ, मैदा खराब होंदा। गन्ने का रस इस्तेमाल करना ना जलन रहेगी मैदे की, ना पेट खराब होएगा। गन्ने का रस इंतहाई जूद हजम आ। यह गन्ने का रस खुराक नूं हजम नहीं करता, बल्कि मैदे की सलाह करता। मैदा अपने तेज़ाब खुद पैदा करन लग पैंदा, जो मैदे की सलाह हो जाती है। लिहाजा बंदे नूं कब्ज़ बिल्कुल नहीं होंदी, पेट उसदा साफ रहिंदा, जिसम हल्का फुल्का रहिंदा। जो मैदा भारा रहेगा, खुराक जिसम ठहरेगी, फिर वो गैस बनेगी, किसी को गैस हो गई, किसी को बादी हो गई, जोड़ दुखन लग पाए। इंशाअल्लाह गन्ने का रस इस्तेमाल करने नाल ना किसी का मैदा दुखेगा, ना किसी मैदे जलन होएगी, ना पेट भारा रहेगा। तुसीं किलो गोश्त खा लो ना, एक गिलास रस गन्ने का पी लो, इंशाअल्लाह थोड़े पेट से ज़रा वजन नहीं आएगा, पेट बिल्कुल साफ़ हो जाएगा। जो पेट साफ़ होएगा, सानू हर चीज़ जो खावांगे साढ़े मैदे नूं लगेगी, जिसम नूं लगेगी। मैदा उहदा जुज़ बदन बनाने च मावन होएगा। जेकर मैदा, मसाना, पित्ता, लुबलवा हर काम सही होएगा। जदों लुबलवे की चर्बी वधदी है, उदों शुगर होंदी है। लुबलवा अपना काम सही नहीं करता, क्योंकि बाकी जगह तो उन्होंने सारे कैमिकल मिलते हैं। गन्ने का रस जदों मैदे की सलाह करता, वो ना सिर्फ जिगर नूं बूस्ट करता, बल्कि मसाने नूं भी ठीक करता। मसाने की गर्मी होवे, गुरदे 'च पत्थरी होवे, ये गन्ने का रस उसदे इंतहाई अहम चीज़ आ, और एक खुदा की बनाई चीज़ है, कोई कैमिकल नहीं हुंदा। दायमी फ़ायदा लेना, वो रस पीने की बजाय ना गन्ना दंदां नाल चबाया जाए तो चूस ਉਹਦਾ रस ही पीता जाए, फिर ਇਹਦੇ ਨਾਲ ਲਾਵੇ दहन मिल जाता, और गन्ने के रस के फवायद अगे नालों बढ़ जाते हैं। अगर जो गन्ना असी ना बेलने चों कढ़ के पींदे आ, वो थोड़ा देर हजम हो जाता। एक तो गन्ने जो बेलने च आंदा ना, वो कई कसाफत मिल जानियां, जिहदी वजह नाल वो रस देर हजम हो जाता। तो लिहाजा ये सही फायदा लैण लई गन्ना दंदां नाल चबा के चूसिया जाए, फिर गन्ने के असीं बड़े फायदे लै सकते हैं। नंबर जिहड़ा जिन्हें 7-8 तुहानूं दस्सिया अज्जा पाए जाते हैं, वो सानू पूरे पूरे मिलते हैं। बेलने दे आके कई कसाफतां जो मिलदियां, तो विटामिनस तो बाकी सोडियम, मैग्नीशियम, पोटाशियम वो ज़ाया हो जाते हैं। लिहाजा गन्ने तो अगर मुकम्मल फ़ायदा लेना, तुसीं इहनूं दंदां नाल चबाओ तो चूस इस्तेमाल करो। 2 गन्ने रोज़ इस्तेमाल कर लै। तो नंबर 2, जिहड़ा गन्ना ना अंदरों रत्ता हो जाता, बीमारी रत्ता रोग एक, वो गन्ना बिल्कुल इस्तेमाल नहीं करना, रस पीना। गन्ना बिल्कुल साफ होवे, वो काना ना होवे, उन्होंने सूंडी ना लगी होवे, फिर गन्ने के फायदे 2 चंद हो जाते हैं। तो ये जो साफ गन्ने का रस है ना, कढ़ा के असीं थोड़े रख लांगे, वो होर ज़्यादा खराब हो जाता, क्योंकि रसी मुँह च आ जाते हैं। लिहाजा गन्ने का रस अगर पीना, असीं ताज़ा कढ़ा के उदों ही पी लेना, उन्होंने ज़्यादा देर रखना नहीं। रखने की वजह नाल थोड़ा बेहा हो जाता। लिहाजा गन्ने का रस ताज़ा इस्तेमाल करना, और इस्तेमाल करो। उस तो बाद अगर मजीद कुछ पता करना, मेरा थल्ले नंबर जा रहा, मेरे नाल तो डिस्कस कर सकते हैं। मैं कोई दवाई नहीं बेचनी तुहानूं, सिर्फ फायदे लिए गल कर रहे हैं। तो अगर मजीद किसी ने पूछना तो टैलीफोन मेरे नाल राबता कर सकदा।